ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਉੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਬਸਾਓ ਏਕੋ ਗਵਾਓ, ਤਿਸ ਤੇ ਹੋਏ ਲੱਖ ਦਰਿਆਓ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਗੁਰੂ ਦਰਬਾਰ ਵਿੱਚ ਬੈਠ ਕੇ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮਾਂ ਰੋਜ਼ਾਨਾ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਦੀ ਵਿਚਾਰ ਦੇ ਨਾਲ ਜੁੜੀਏ। ਕੱਲ੍ਹ ਆਪ ਜੀ ਨੇ 16 ਨੰਬਰ ਪੌੜੀ ਦੀ ਵਿਚਾਰ ਸਰਵਣ ਕੀਤੀ, ਕਿਉਂਕਿ ਇਹ ਜੋ 16 ਨੰਬਰ ਪੌੜੀ ਪੰਜ ਪ੍ਰਵਾਨ ਪੰਜ ਪ੍ਰਧਾਨ ਬਾਕੀ ਪੌੜੀਆਂ ਦੇ ਨਾਲੋਂ ਲੰਬੇ ਆਕਾਰ ਦੀ ਪੌੜੀ ਸੀ। ਇਸ ਕਰਕੇ ਅੱਧੀ ਪੌੜੀ ਦੀ ਵਿਚਾਰ ਕੀਤੀ ਗਈ ਸੀ। ਇਸ ਪਾਵਨ ਪੌੜੀ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਜਿਸ ਮਨੁੱਖ ਨੇ ਵਾਹਿਗੁਰੂ ਦੇ ਨਾਮ ਨੂੰ, ਵਾਹਿਗੁਰੂ ਦੇ ਹੁਕਮ ਨੂੰ ਸੁਣਿਆ ਪਿਆਰ ਦੇ ਨਾਲ ਅਤੇ ਫਿਰ ਪ੍ਰੇਮ ਦੇ ਨਾਲ ਹੀ ਉਸ ਨਾਮ ਨੂੰ, ਹੁਕਮ ਨੂੰ ਮੰਨਣ ਕੀਤਾ, ਉਸ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਉਹੀ ਮੁਖੀਆ ਮੰਨਿਆ ਜਾਂਦਾ ਹੈ। ਉਸ ਵਾਹਿਗੁਰੂ ਦੀ ਦਰਗਾਹ ਦੇ ਉੱਤੇ ਮਾਣ ਪ੍ਰਾਪਤ ਕਰਦਾ ਹੈ। ਰਾਜ ਦਰਬਾਰਾਂ ਦੇ ਵਿੱਚ ਉਹਦੀ ਸ਼ੋਭਾ ਹੈ। ਤੇ ਸਾਰੀਆਂ ਵਡਿਆਈਆਂ ਦਾ ਕਾਰਨ ਹੈ ਕਿ ਉਹ ਜਿਹੜੇ ਪੰਜ ਜਨ, ਗੁਰਮੁਖ ਜਨ ਹੁੰਦੇ ਨੇ, ਉਹਨਾਂ ਦਾ ਧਿਆਨ ਸਦਾ ਹੀ ਆਪਣੇ ਗੁਰੂ ਦੇ ਵੱਲ ਹੁੰਦਾ ਹੈ। ਤੇ ਉਸ ਵਾਹਿਗੁਰੂ ਦੀ ਇਹ ਜਿਹੜੀ ਏਡੀ ਵੱਡੀ ਕਾਇਨਾਤ ਕੁਦਰਤ ਸਾਜੀ ਹੋਈ ਹੈ, ਉਸ ਸਾਜੀ ਹੋਈ ਕੁਦਰਤ ਦੀ ਕੋਈ ਵਿਚਾਰ ਤਾਂ ਨਹੀਂ ਕਰ ਸਕਦਾ। ਉਸ ਵਾਹਿਗੁਰੂ ਦੇ ਕੀਤੇ ਹੋਏ ਇਸ ਸਾਰੇ ਪਸਾਰੇ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਜੀਵ ਅੰਦਾਜ਼ੇ ਲਾਉਂਦੇ ਨੇ, ਬਿਆਨ ਕਰਦੇ ਨੇ, ਉਸ ਵਾਹਿਗੁਰੂ ਦੇ ਨਿਯਾਮ ਨੂੰ ਸਮਝਣ ਸਮਝਾਉਣ ਦਾ ਯਤਨ ਕਰਦੇ ਨੇ। ਅੰਦਾਜ਼ੇ ਲਾਏ ਦੁਨੀਆ ਨੇ ਕਿ ਇਸ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੋਇਆ ਸਿੰਘਾਂ ਉੱਤੇ, ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨਹੀਂ ਭਾਈ, ਇਹ ਉਸ ਵਾਹਿਗੁਰੂ ਨੇ ਆਪਣੇ ਹੁਕਮ ਰੂਪੀ ਸੂਤਰ ਦੇ ਵਿੱਚ, ਆਪਣੇ ਹੁਕਮ ਰੂਪੀ ਜਿਹੜਾ ਉਹਦਾ ਇੱਕ ਸਿਧਾਂਤ ਹੈ, ਉਹਦਾ ਇੱਕ ਨਿਯਮ ਹੈ, ਵਾਹਿਗੁਰੂ ਨੇ ਆਪਣੇ ਹੁਕਮ ਦੇ ਵਿੱਚ ਘੜਿਆ, ਉਹਦੇ ਅਨੁਸਾਰ ਇਹ ਸ੍ਰਿਸ਼ਟੀ ਚੱਲ ਰਹੀ ਹੈ। ਧਰਤੀ ਘੁੰਮ ਰਹੀ ਹੈ, ਗ੍ਰਹਿ ਘੁੰਮ ਰਹੇ ਨੇ ਆਪਣੇ ਆਪਣੇ ਧੁਰੇ ਦੁਆਲੇ। ਉਹਨਾਂ ਦੀ ਚਾਲ ਉਸ ਵਾਹਿਗੁਰੂ ਨੇ ਨਿਯਮਤ ਕੀਤੀ ਹੋਈ ਹੈ, ਬੰਨੀ ਹੋਈ ਹੈ। ਉਸ ਚਾਲ ਦੇ ਅਨੁਸਾਰ ਉਹ ਚੱਲ ਰਹੇ ਨੇ। ਯੁਗਾਂ ਯੁਗਾਂਤਰਾਂ ਤੋਂ ਜਦੋਂ ਤੋਂ ਇਹ ਸ੍ਰਿਸ਼ਟੀ ਬਣੀ ਹੈ, ਉਵੇਂ ਹੀ ਉਹ ਸਾਰਾ ਸਿਲਸਿਲਾ ਚੱਲਦਾ ਪਿਆ। ਉਹਨੂੰ ਚਲਾਉਣ ਵਾਲਾ ਉਹ ਵਾਹਿਗੁਰੂ ਆਪ ਹੈ। ਤੇ ਉਸ ਵਾਹਿਗੁਰੂ ਦਾ ਜਿਹੜਾ ਇੱਕ ਨਿਯਮ ਬਣਾਇਆ ਹੋਇਆ, ਧਰਮ ਰੂਪੀ ਨਿਯਮ, ਉਹ ਇਸ ਧਰਤੀ ਨੂੰ ਚਲਾ ਰਿਹਾ ਹੈ, ਸਾਂਭ ਰਿਹਾ ਹੈ।
ਤੇ ਉਸ ਵਾਹਿਗੁਰੂ ਨੇ ਸੰਤੋਖ ਰੂਪੀ ਸੂਤਰ ਦੇ ਵਿੱਚ ਸਾਰੀ ਸ੍ਰਿਸ਼ਟੀ ਪਰੋ ਕੇ ਰੱਖੀ ਹੋਈ ਹੈ। ਆਪਣੇ ਹੁਕਮ ਰੂਪੀ ਸੰਤੋਖ ਰੂਪੀ ਸੂਤਰ ਦੇ ਵਿੱਚ ਬੰਨੀ ਹੋਈ ਹੈ ਸਾਰੀ ਸ੍ਰਿਸ਼ਟੀ। ਤੇ ਜੇ ਕੋਈ ਇਸ ਸਾਰੀ ਰਜਾ ਨੂੰ ਸਮਝ ਲਵੇ ਕਿ ਉਸ ਵਾਹਿਗੁਰੂ ਦੇ ਹੁਕਮ ਅਨੁਸਾਰ ਇਹ ਸਾਰੀ ਸ੍ਰਿਸ਼ਟੀ, ਸਾਰੇ ਜੀਵ ਪੈਦਾ ਹੋ ਰਹੇ ਨੇ, ਪਲ ਰਹੇ ਨੇ, ਬਿਨਸ ਰਹੇ ਨੇ, ਇਹ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੋ ਰਿਹਾ। ਜਿਹੜਾ ਕੋਈ ਇਸ ਹੁਕਮ ਨੂੰ ਬੁੱਝ ਲੈਂਦਾ ਹੈ, ਇਸ ਗੱਲ ਨੂੰ ਸਮਝ ਲੈਂਦਾ ਹੈ ਵੀ ਇਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਕੋਈ ਹੋਰ ਨਹੀਂ, ਕੇਵਲ ਇੱਕ ਹੀ ਹੈ, ਉਹੀ ਪਾਲਣ ਵਾਲਾ ਹੈ, ਉਹੀ ਸਾਜਣ ਵਾਲਾ ਹੈ, ਉਹੀ ਮਾਰਨ ਵਾਲਾ। ਜਿਹੜਾ ਉਸ ਇੱਕ ਨੂੰ ਸਮਝ ਲੈਂਦਾ ਨਾ, ਕਹਿਣ ਲੱਗੋ ਸਚਿਆਰ ਬਣ ਜਾਂਦਾ ਹੈ। ਤੇ ਉਹ ਫਿਰ ਵਿਚਾਰ ਕਰਦਾ ਹੈ। ਜਿਹੜੇ ਕਹਿੰਦੇ ਧਰਤੀ ਨੂੰ ਕਿਸੇ ਬਲਦ ਨੇ, ਹੱਡ ਜਾਂ ਮਾਸ ਦੇ ਬਲਦ ਨੇ ਚੁੱਕਿਆ ਹੋਇਆ, ਕਹਿੰਦੇ ਨਹੀਂ ਭਾਈ, ਫਿਰ ਉਹ ਬਲਦ ਦੇ ਜਿਹੜੇ ਸਿੰਘਾਂ ਤੇ ਧਰਤੀ ਚੁੱਕੀ ਹੈ, ਬਲਦ ਕਾਹਦੇ ਤੇ ਖਲੋਤਾ? ਕਹਿੰਦੇ ਉਹਦੇ ਥੱਲੇ ਹੋਰ ਧਰਤੀ ਹੈ। ਫਿਰ ਉਹ ਧਰਤੀ, ਉਹਨੂੰ ਕਿਹਨੇ ਚੁੱਕਿਆ? ਉਹਨੂੰ ਇੱਕ ਹੋਰ ਬਲਦ ਨੇ ਚੁੱਕਿਆ। ਫਿਰ ਉਹ ਬਲਦ ਕਾਹਦੇ ਤੇ ਖਲੋਤਾ? ਉਹ ਹੋਰ ਧਰਤੀ ਤੇ। ਫਿਰ ਜਿਹੜਾ ਸਭ ਤੋਂ ਹੇਠਾਂ ਬਲਦ ਜਾਂ ਧਰਤੀ ਹੈ, ਉਹ ਐਡੇ ਭਾਰ ਨੂੰ ਕਿਵੇਂ ਸੰਭਾਲੀ ਬੈਠਾ? ਕਹਿੰਦੇ ਇਹ ਅਸੀਂ ਅੰਦਾਜ਼ਾ, ਸਾਡੀ ਮਨੁੱਖੀ ਬੁੱਧੀ ਜਿਹੜੀ ਹੈ ਇਹ ਅੰਦਾਜ਼ਾ ਨਹੀਂ ਲਾ ਸਕਦੀ। ਇਹ ਤਾਂ ਉਹ ਪ੍ਰਮਾਤਮਾ ਆਪ ਹੀ ਜਾਣਦਾ ਹੈ। ਤੇ ਉਹਦੇ ਹੁਕਮ ਨੇ, ਉਹਦੇ ਨਿਯਮ ਨੇ, ਉਹਦੇ ਹੁਕਮ ਦੀ ਇੰਨੀ ਤਾਕਤ ਹੈ ਕਿ ਉਹਦੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ। ਉਹਦੇ ਹੁਕਮ ਨੂੰ ਬਿਆਨ ਕਰਨਾ ਕਠਿਨ ਹੈ। ਤੇ ਉਹਦੇ ਹੁਕਮ ਅਨੁਸਾਰ ਇਹ ਸ੍ਰਿਸ਼ਟੀ ਟਿਕੀ ਹੋਈ ਹੈ, ਨਾ ਕਿ ਕਿਸੇ ਹੱਡ ਜਾਂ ਮਾਸ ਦੇ ਕਿਸੇ ਬਲਦ ਨੇ ਇਹਨੂੰ ਸਿੰਘਾਂ ਤੇ ਚੁੱਕਿਆ, ਨਹੀਂ, ਉਹਦੇ ਹੁਕਮ ਦੇ ਵਿੱਚ ਟਿਕੀ ਹੋਈ ਹੈ। ਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਉਸ ਵਾਹਿਗੁਰੂ ਦੀ ਸਾਜੀ ਹੋਈ ਕਾਇਨਾਤ ਵਿੱਚ ਜੀ ਜਾਤ ਰੰਗਾਂ ਕੇ ਨਾਮ, ਅਨੇਕਾਂ ਜਾਤਾਂ ਦੇ, ਅਨੇਕਾਂ ਰੰਗਾਂ ਦੇ, ਅਨੇਕਾਂ ਨਾਮ ਹਨ ਉਹਨਾਂ ਜੀਵਾਂ ਦੇ ਇਸ ਸ੍ਰਿਸ਼ਟੀ ਵਿੱਚ ਜਿਹੜੇ ਵਾਹਿਗੁਰੂ ਨੇ ਪੈਦਾ ਕੀਤੇ ਨੇ। ਸਭਨਾ ਲਿਖਿਆ ਬੁੜੀ ਕਲਾਮ, ਇਹਨਾਂ ਸਭਨਾ ਜੀਆਂ ਨੇ ਉਸ ਵਾਹਿਗੁਰੂ ਦੀ ਆਪਣੇ ਆਪ ਚੱਲ ਰਹੀ ਕਲਮ ਅਨੁਸਾਰ ਇਹਨਾਂ ਨੇ ਲੇਖਾ ਲਿਖਿਆ। ਭਾਵ ਉਸ ਵਾਹਿਗੁਰੂ ਦੀ ਜਿਹੜੀ ਇੱਕ ਵੁੜੀ ਦਾ ਅਰਥ ਹੈ ਲਗਾਤਾਰ ਚੱਲ ਰਹੀ, ਕੰਮ ਕਰ ਰਹੀ ਕਲਮ। ਤੇ ਇਹਨਾਂ ਹਰ ਇੱਕ ਜੀਵ ਦੇ ਭਾਵ ਲੇਖ ਜੈਸੇ ਜੈਸੇ ਲਿਖੇ ਹੋਏ ਨੇ। ਤੇ ਫਿਰ ਅੱਗੋਂ ਇਹ ਸਾਰੇ ਜੀਵ ਜਿਹੜੇ ਆਪਣੀ ਕਰਨੀ ਕਰਕੇ, ਆਪਣੇ ਕੰਮਾਂ ਕਰਕੇ, ਚੰਗੇ ਚਾਹੇ ਮੰਦੇ ਕਰਮ ਕਰਕੇ ਇੱਕ ਲੇਖਾ ਲਿਖੀ ਜਾ ਰਹੇ ਨੇ। ਕਰਨੀ ਕਾਗਜ਼, ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਹੜੀ ਸਾਡੀ ਕਰਨੀ ਹੈ, ਜੋ ਅਸੀਂ ਸਵੇਰ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਜੋ ਕੁਝ ਅਸੀਂ ਕਰਮ ਕਰਦੇ ਹਾਂ, ਮਨ ਕਰਕੇ, ਬਚਨਾ ਕਰਕੇ, ਸਰੀਰ ਕਰਕੇ, ਅਸੀਂ ਸਵੇਰ ਉੱਠਣ ਤੋਂ ਲੈ ਕੇ ਹੁਣ ਤੱਕ ਹੀ ਅਸੀਂ ਵੇਖੀਏ, ਜੇ ਧਿਆਨ ਮਾਰੀਏ ਵੀ ਅਸੀਂ ਸਰੀਰ ਕਰਕੇ ਕੀ ਕੁਝ ਕੀਤਾ। ਥੋੜ੍ਹਾ ਜਿਹਾ ਆਪਣੇ ਆਪ ਨੂੰ ਦੇਖੀਏ ਵੀ ਸਰੀਰ ਕਰਕੇ ਹੁਣ ਤੱਕ ਕੀ ਕੁਝ ਕੀਤਾ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕੀਤਾ, ਨਿਤਨੇਮ ਕੀਤਾ, ਸਰੀਰ ਕਰਕੇ ਸੰਗਤ ਜਾ ਕੇ ਬੈਠੇ। ਫਿਰ ਮਨ ਕਰਕੇ ਕੀ ਕੁਝ ਕੀਤਾ। ਮਨ ਨੇ ਕੀ ਕੁਝ ਕੀਤਾ, ਉੱਧਰ ਜਾਣਾ, ਇਹ ਕਰਨਾ, ਇੱਦਾਂ ਕਰਨਾ, ਕਿਸੇ ਦੀ ਭਲਾ ਕਰਨ ਬਾਰੇ ਸੋਚਿਆ ਜਾਂ ਕਿਸੇ ਨੂੰ ਧੋਖਾ ਦੇਣ ਬਾਰੇ ਸੋਚਿਆ। ਮਨ ਨੇ ਵੀ ਤਾਂ ਕੁਝ ਨਾ ਕੁਝ ਕੀਤਾ ਹੀ ਆ ਹੁਣ ਤੱਕ। ਫਿਰ ਬਚਨਾ ਕਰਕੇ ਅਸੀਂ ਕੀ ਕੁਝ ਹੁਣ ਤੱਕ ਬੋਲ ਚੁੱਕੇ ਆ। ਹੁਣ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ 3 ਵਜੇ ਤੋਂ 4 ਵਜੇ ਤੋਂ 5 ਵਜੇ ਤੋਂ ਲੈ ਕੇ ਹੁਣ ਤੱਕ ਅਸੀਂ ਜੋ 8:30 ਦਾ ਸਮਾਂ ਹੋਇਆ ਹੈ, ਹੁਣ ਤੱਕ ਅਸੀਂ ਕਿੰਨਾ ਕੁਝ ਬੋਲ ਚੁੱਕੇ ਆ। ਕਈਆਂ ਦੇ ਨਾਲ ਗੱਲਬਾਤ ਕਰ ਚੁੱਕੇ ਆ, ਸਰੀਰ ਦੇ ਨਾਲ ਕਈ ਕਿਰਿਆ ਕਰਮ ਕਰ ਆਏ ਆ, ਤੇ ਮਨ ਕਰਕੇ ਕਰ ਆਏ ਆ, ਤੇ ਮਨ ਹੁਣ ਵੀ ਕਰ ਰਿਹਾ ਕੁਝ ਨਾ ਕੁਝ। ਸਾਡੇ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਵਿਚਾਰ ਚੱਲ ਰਿਹਾ। ਇਸ ਕਰਕੇ ਜਿਹੜੀ ਸਾਡੀ ਕਰਨੀ ਹੈ ਇਹ ਇੱਕ ਕਾਗਜ਼ ਹੈ ਕੋਰਾ। ਤੇ ਆਪਣੀ ਕਰਨੀ ਕਰਕੇ ਜਿਹੜਾ ਮਨ ਹੈ, ਮਨ ਸਿਆਹੀ ਹੈ। ਕਰਨੀ ਕਾਗਜ਼, ਮਨ ਮਸਵਾਣੀ। ਮਸਵਾਣੀ ਕਹਿੰਦੇ ਨੇ ਸਿਆਹੀ ਨੂੰ। ਮਨ ਜਿਹੜਾ ਉਹ ਮਨ ਸਿਆਹੀ ਹੈ। ਕਰਨੀ ਕਾਗਜ਼, ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਅਸੀਂ ਸਰੀਰ ਕਰਕੇ ਹੁਣ ਤੱਕ ਮਾੜੇ ਕਰਮ ਕਮਾਏ ਨੇ ਜਾਂ ਚੰਗੇ ਕਮਾਏ ਨੇ। ਜ਼ੁਬਾਨ ਕਰਕੇ ਮੁਖ ਦੇ ਨਾਲ ਅਸੀਂ ਚੰਗਾ ਬੋਲਿਆ ਹੁਣ ਤੱਕ ਜਾਂ ਬੁਰਾ ਬੋਲਿਆ। ਮਨ ਕਰਕੇ ਅਸੀਂ ਚੰਗਾ ਸੋਚਿਆ ਜਾਂ ਮਾੜਾ ਬੋਲਿਆ। ਇਹ ਲੇਖ ਲਿਖੇ ਗਏ ਸਾਡੀ ਕਰਨੀ ਦੇ ਕਾਗਜ਼ ਉੱਤੇ। ਇਹ ਸਾਰੇ ਜੀਵ ਆਪਣੇ ਆਪ ਲਿਖੀ ਜਾ ਰਹੇ ਹੈ। ਇਹ ਲੇਖਾ ਜਿਹੜਾ ਇਹ ਅਸੀਂ ਲਿਖੀ ਜਾ ਰਹੇ ਹਾਂ।
ਇਹ ਸਾਡੀ ਕਰਨੀ ਦੇ ਉੱਤੇ ਲੇਖਾ ਹੁਣ ਤੱਕ, ਚਾਹੇ ਅੱਜ ਸਵੇਰ ਤੋਂ ਲਾ ਲਈਏ ਵੀ ਹੁਣ ਤੱਕ, ਚਾਹੇ ਸਾਡੇ ਜਨਮ ਤੋਂ ਲੈ ਕੇ ਹੁਣ ਤੱਕ ਜਿੰਨੀ ਸਾਡੀ ਉਮਰ ਹੋ ਗਈ, ਲਗਾਤਾਰ ਇੱਕ ਖਿਣ ਵੀ ਉਹ ਕਲਮ ਵਿੱਚੋਂ ਰੁਕੀ ਨਹੀਂ, ਉਹ ਲਿਖੀ ਜਾ ਰਹੀ ਹੈ। ਜੋ ਕੁਝ ਕੀਤਾ ਉਹ ਲਿਖਿਆ ਜਾ ਰਿਹਾ ਹੈ। ਸਾਰੇ ਜੀਵ ਇਹ ਲਿਖ ਰਹੇ ਨੇ। ਕਹਿਣ ਲੱਗੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਸਭਨਾ ਲਿਖਿਆ ਬੁੜੀ ਕਲਾਮ, ਕਿ ਵਾਹਿਗੁਰੂ ਦੀ ਲਗਾਤਾਰ ਚੱਲ ਰਹੀ ਇਸ ਕਲਮ ਦੇ ਨਾਲ ਸਾਰੇ ਜੀਵਾਂ ਨੇ ਲੇਖਾ ਲਿਖਿਆ। ਕਿੰਨੇ ਜੀਵ ਨੇ ਹੁਣ, ਤੇ ਕਿੰਨੇ ਜੀਵਾਂ ਨੇ ਆਪਣਾ ਹੁਣ ਤੱਕ ਦਾ ਸਾਰਾ ਲੇਖਾ ਲਿਖਿਆ, ਚੰਗਾ ਚਾਹੇ ਮਾੜਾ। ਇਹ ਲੇਖਾ ਲਿਖ ਜਾਣੈ ਕੋਏ। ਕਹਿਣ ਲੱਗੇ ਇਸ ਲੇਖੇ ਨੂੰ ਲਿਖਣਾ ਤਾਂ ਜੀਵ ਦੇ ਵੱਸ ਨਹੀਂ, ਇਹ ਤਾਂ ਉਸ ਵਾਹਿਗੁਰੂ ਦਾ ਹੁਕਮ ਰੂਪੀ ਜਿਹੜੀ ਕਲਮ ਇੱਕ ਲਿਖੀ ਜਾ ਰਹੀ ਹੈ, ਜੀਵ ਦੇ ਵੱਸ ਨਹੀਂ। ਪਰ ਜੇ ਕੋਈ ਇਸ ਲੇਖੇ ਨੂੰ ਲਿਖਣਾ ਜਾਣ ਲਵੇ, ਜੇ ਸਾਰੇ ਜੀਵ, ਇਹ ਕੋਈ ਜੀਵ ਇਸ ਲੇਖੇ ਨੂੰ ਲਿਖਣਾ ਜਾਣ ਲਵੇ, ਵੀ ਸਮਝ ਲਵੇ ਵੀ ਮੈਂ ਹੁਣ ਤੱਕ ਆਹ ਲਿਖਿਆ, ਇੱਦਾਂ ਲਿਖਿਆ, ਜਾਣਿਆ ਤਾਂ ਨਹੀਂ ਜਾ ਸਕਦਾ ਏਡੇ ਵੱਡੇ ਲੇਖੇ ਨੂੰ। ਹੁਣ ਸਾਡੇ ਜੋ ਜੋ ਅਸੀਂ ਹੁਣ ਤੱਕ ਕਰਮ ਕੀਤਾ, ਕੁਝ ਸਾਨੂੰ ਚੇਤਾ ਹੈ, ਬਹੁਤ ਕੁਝ ਨਹੀਂ ਸਾਨੂੰ ਚੇਤਾ ਵੀ ਕੀ ਕੁਝ ਕੀਤਾ। ਪਰ ਜਿਹੜਾ ਉਹ ਵਾਹਿਗੁਰੂ ਆ, ਉਹ ਤਾਂ ਚਿੱਤ ਹੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਗਾ। ਉਹਦੇ ਚਿੱਤ ਵਿੱਚ ਹਰੇਕ ਕੱਲੇ ਕੱਲੇ ਜੀਵ ਦਾ ਸਾਰਾ ਕੁਝ ਪਤਾ ਹੈ, ਤੇ ਉਹ ਫਿਰ ਬਹਿ ਲੇਖਾ ਕਰ ਸਮਝਾਇਆ, ਤੇ ਉਹ ਸਮਝਾਵੇਗਾ ਵੀ ਸਾਰੇ ਲੇਖੇ ਨੂੰ ਕਿਆ ਤੈ ਖੱਟਿਆ, ਕਹਾਂ ਗਵਾਇਆ, ਚਲੋ ਸੁਤਾਬ ਦੀਵਾਨ ਬੁਲਾਇਆ। ਤੇ ਸਾਡੇ ਚੇਤੇ ਵਿੱਚ ਨਹੀਂ ਹੈ। ਇਸ ਲੇਖੇ ਨੂੰ ਜੇ ਕੋਈ ਲਿਖਣਾ ਜਾਣ ਵੀ ਲਵੇ, ਸਤਿਗੁਰੂ ਮਹਾਰਾਜ ਜੀ ਕਹਿੰਦੇ ਲੇਖਾ ਲਿਖਿਆ ਕੀਤਾ ਹੋਏ, ਤਾਂ ਫਿਰ ਹਿਸਾਬ ਲਾ ਲਓ ਵੀ ਇਹ ਸਾਰਾ ਲੇਖਾ ਕਿੱਡਾ ਵੱਡਾ ਲੇਖਾ ਲਿਖਿਆ ਕੀਤਾ ਹੋਏ, ਵੀ ਕਿੱਡਾ ਕੁ ਵੱਡਾ ਲੇਖਾ ਬਣ ਜਾਵੇਗਾ। ਕਿੰਨੇ ਕੁ ਅਸੀਂ ਕਾਗਜ਼ ਭਰ ਦਿੱਤੇ ਹੋਣੇ ਨੇ ਹੁਣ ਤੱਕ, ਕਿਉਂਕਿ ਅਸੀਂ 3 ਤਰੀਕਿਆਂ ਨਾਲ ਕਰਮ ਕਮਾ ਰਹੇ ਹਾਂ। ਜੇ ਅਸੀਂ ਇਕੱਲੇ ਸਰੀਰ ਦਾ ਹੀ ਲੇਖਾ ਜੋਖਾ ਹੁਣ ਤੱਕ ਕਰੀਏ ਵੀ ਅਸੀਂ ਇਸ ਸਮੇਂ ਜਨਮ ਹੋਇਆ, ਅਸੀਂ ਇੱਥੇ ਜਾ ਆਏ, ਅਸੀਂ ਆਹ ਕੁਝ ਸਰੀਰ ਨਾਲ ਕੀਤਾ, ਇੱਥੇ ਘੁੰਮ ਆਏ, ਸਰੀਰ ਦਾ ਲੇਖਾ ਲਿਖਣਾ ਹੀ ਬੜਾ ਔਖਾ। ਕਈ ਜਿਹੜੀਆਂ ਮਹਾਨ ਸ਼ਖਸੀਅਤਾਂ ਉਹ ਆਪਣੀ ਜੀਵਨ ਕਥਾ, ਆਤਮ ਕਥਾ ਲਿਖਦੀਆਂ ਨੇ, ਬਹੁਤ ਕੁਝ ਉਹ ਆਪਣੇ ਸਰੀਰ ਦਾ ਸਾਰਾ ਕੁਝ ਲਿਖਦੇ ਨੇ ਵੀ ਅਸੀਂ ਇੱਥੇ ਗਏ, ਉਦੋਂ ਸਾਡਾ ਜਨਮ ਹੋਇਆ, ਆਹ ਕੁਝ ਅਸੀਂ ਕੀਤਾ, ਆਹ ਸਾਨੂੰ ਸਨਮਾਨ ਕੀਤਾ, ਅਸੀਂ ਚੰਗੇ ਕੀਤੇ ਕਰਮ, ਆਹ ਬੁਰੇ ਕੀਤੇ। ਪਰ ਬੜਾ ਕੁਝ ਉਹ ਰਹਿ ਜਾਂਦਾ ਹੈ। ਉਹ ਤਾਂ ਕੇਵਲ ਇੱਕ ਸਰੀਰ ਦਾ ਲੇਖਾ ਹੈ। ਫਿਰ 2 ਲੇਖੇ ਵੱਖਰੇ ਪਏ ਨੇ। ਮੂੰਹ ਦਾ ਜਿਹੜਾ ਬੋਲਣ ਵਾਲਾ, ਬਚਨਾਂ ਦਾ ਜਿਹੜਾ ਲੇਖਾ, ਉਹ ਕੌਣ ਲਿਖੇਗਾ? ਮਨ ਦਾ ਲੇਖਾ। ਕਹਿੰਦੇ ਇਹ ਲੇਖਾ ਜਿਹੜਾ ਇਹ ਕਿੱਡਾ ਕੁ ਵੱਡਾ ਹੋ ਜਾਵੇਗਾ ਜੇ ਅਸੀਂ ਦੇਖੀਏ ਤਾਂ, ਵੀ ਇਹ ਲੇਖਾ ਜਿਹੜਾ ਹੈ, ਜੇ ਇਹ ਜੀਵ ਦੇ ਵੱਸ ਦੀ ਗੱਲ ਨਹੀਂ ਹੈ ਲੇਖਾ ਲਿਖਣਾ, ਇਹਨੂੰ ਸਮਝਣਾ, ਇਹ ਤਾਂ ਬਹੁਤ ਵੱਡਾ ਵਿਸ਼ਾਲਤਾ ਵਾਲਾ ਲੇਖਾ ਹੈ। ਫਿਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਐਡਾ ਵੱਡਾ ਲੇਖਾ ਇਕੱਲੇ ਜੀਵ ਦਾ, ਉਹ ਪਰਮਾਤਮਾ ਕਿੰਨੇ ਜੀਵਾਂ ਦਾ ਲੇਖਾ ਦੋਖਾ ਦੇਖ ਰਿਹਾ ਹੈ। ਇਹ ਹੈ ਜਿਹੜਾ ਇਹ ਵਿਚਾਰ ਗੁਰੂ ਸਾਹਿਬ ਕਿਉਂ ਕਰ ਰਹੇ ਨੇ, ਇਹ ਹੈ ਉਸ ਰੱਬ ਦੇ ਨਾਲ ਇੱਕ ਜੁੜਨ ਦੀਆਂ ਜੁਗਤਾਂ, ਵੀ ਕਿਵੇਂ ਨਾ ਕਿਵੇਂ ਰੱਬ ਦੇ ਕਰਮ ਵੇਖ ਕੇ ਸਾਡਾ ਮਨ ਅੰਦਰੋਂ ਵਾਹ ਵਾਹ ਆਖੇ ਵੀ ਪਰਮਾਤਮਾ ਕਿੱਡਾ ਵਿਸ਼ਾਲ ਹੈ। ਕੇਵਲ ਸਾਡੀ ਜ਼ੁਬਾਨ ਨਾ ਕਹੇ ਸੁਣ ਵੱਡਾ ਆਖੈ ਸਭ ਕੋਏ, ਵੀ ਸੁਣ ਕੇ ਹੀ ਨਾ ਸਾਰੇ ਵੱਡਾ ਵੱਡਾ ਆਖੀ ਜਾਣ। ਕੇਵਲ ਵੱਡਾ ਡੀਠਾ ਹੋਏ ਵੀ ਉਹ ਕਿੱਡਾ ਕੁ ਵੱਡਾ ਹੈ, ਇਹ ਤਾਂ ਦੇਖ ਕੇ ਪਤਾ ਲੱਗੇਗਾ। ਹੁਣ ਜੇ ਅਸੀਂ ਆਪਣੇ ਮੁਖ ਤੋਂ ਵਾਹਿਗੁਰੂ ਕਹਿੰਦੇ ਹਾਂ, ਇੱਕ ਸਾਡੀ ਉਹ ਕਿਰਿਆ, ਪਰ ਜੇ ਅਸੀਂ ਆਏ ਇੱਕ ਮਨ ਦੇ ਵਿੱਚ ਚਿੰਤਨ ਕਰਕੇ ਵੀ ਕਿੰਨੇ ਜੀਵ ਨੇ, ਇਕੱਲੇ ਇਕੱਲੇ ਜੀਵ ਦਾ ਜਿਹੜਾ ਉਹ ਜਨਮ ਤੋਂ ਲੈ ਕੇ ਮਰਨ ਤੱਕ ਦਾ ਕਿੱਡਾ ਵੱਡਾ ਲੇਖਾ ਹੈ, ਸਰੀਰ ਦਾ, ਬਚਨਾਂ ਦਾ, ਕਰਮਾਂ ਦਾ, ਵੀ ਐਡਾ ਵੱਡਾ ਲੇਖਾ ਉਹ ਪਰਮਾਤਮਾ ਸੰਭਾਲ ਰਿਹਾ ਇਕੱਲੇ ਇਕੱਲੇ ਜੀਵ ਦਾ, ਤੇ ਵੀ ਉਹ ਪਰਮਾਤਮਾ ਦੀ ਕਿੱਡੀ ਵੱਡੀ ਸ਼ਕਤੀ ਹੈ। ਕਹਿੰਦੇ ਕੇਤਾ ਤਾਣ ਸਵਾਲੇ ਹੋ ਰੂਪ, ਕਹਿੰਦੇ ਕਿੱਡਾ ਤਾਣ ਹੈ ਉਸ ਵਾਹਿਗੁਰੂ ਦੇ ਵਿੱਚ, ਉਹਦੇ ਤਾਣ ਨੂੰ ਅਸੀਂ ਗਾਈਏ, ਉਹਦੀ ਏਡੀ ਵੱਡੀ ਤਾਕਤ ਨੂੰ ਵੇਖ ਕੇ ਸਾਡਾ ਮਨ ਗੁਰੂ ਨੂੰ ਵਾਹ ਵਾਹ ਆਖੇ ਵੀ ਸੱਚਮੁੱਚ ਗੁਰੂ ਬੜਾ ਬੇਅੰਤ ਹੈ, ਵਾਹਿਗੁਰੂ ਬੜਾ ਬੇਅੰਤ ਹੈ। ਤੇ ਉਹ ਜਿਹੜੇ ਅਸੀਂ ਅੰਦਰੋਂ ਸਾਡੇ ਹਾਵ ਭਾਵ, ਸਾਡੇ ਅੰਦਰ ਦੀ ਭਾਵਨਾ ਜਦੋਂ ਗੁਰੂ ਨੂੰ ਵਾਹ ਆਖੇਗੀ, ਧੰਨ ਆਖੇਗੀ, ਤੇ ਸਤਿਗੁਰੂ ਜੀ ਕਹਿੰਦੇ ਜਿੰਨੀ ਤੁਧ ਨੂੰ ਧੰਨ ਕਹਿਆ 3 ਜਮ ਨੇੜ ਨਾ ਆਇਆ। ਉਹ ਵਾਹ ਆਖਣੀ ਹੁਣ ਕਿਸੇ ਫੁੱਲ ਨੂੰ ਉਹਦੀ ਸੁੰਦਰਤਾ ਵੇਖ ਕੇ, ਜਾਂ ਅਸੀਂ ਇਹ ਸੁੰਦਰ ਬਣੇ ਹੋਏ ਹਾਲ ਨੂੰ ਜੇ ਕੋਈ ਪਹਿਲੀ ਵਾਰ ਅੰਦਰ ਵੜੇ ਤੇ ਉਹ ਦੇਖ ਕੇ ਕਹੇ ਵਾਹ ਕਿੱਡਾ ਸੋਹਣਾ ਹਾਲ, ਉਹ ਕਿਸੇ ਉਹਨੇ ਸੋਚ ਸਮਝ ਕੇ ਨਹੀਂ ਬੋਲਿਆ, ਉਹ ਅਚਾਨਕ ਉਹਦੇ ਮਨ ਨੇ, ਸਾਰੇ ਇੰਦਰੀਆਂ ਨੇ ਮਹਿਸੂਸ ਕੀਤਾ ਤੇ ਅੰਦਰੋਂ ਉਹ ਵਾਹ ਨਿਕਲ ਗਿਆ ਆਪਣੇ ਆਪ।
इदां जे किते वाह साडे मन चों अपने आप निकले परमात्मा दी बलिहारी कुदरत वसिया तेरा अंत ना जाई लखिया। इन्हां जीवां नूं वेख के उहदी रचना नूं वेख के रोजाना सूरज चढ़दा, सूरज नूं वेख के साडे अंदरों वाह निकल जावे परमात्मा दा कैसा विधान है। ते इहदे विच ही साडे जीवन दा उधार है। ਤੇ ਸਤਿਗੁਰੂ ਮਹਾਰਾਜ ਜੀ ਸਾਡੀ ਸੁਰਤ ਦੇ ਝੁਕਾਅ ਨੂੰ ਇੱਧਰ ਲੈ ਕੇ ਜਾਂਦੇ ਨੇ ਵੀ ਅਸੀਂ ਇੱਦਾਂ ਉਸ ਪ੍ਰਮਾਤਮਾ ਦੇ ਏਡੇ ਵੱਡੇ ਸਿਲਸਿਲੇ ਨੂੰ ਸਮਝ ਕੇ ਵੇਖ ਕੇ ਉਹਨੂੰ ਵਾਹ ਆਖੀਏ ਵੀ ਏਡਾ ਵੱਡਾ ਸਿਲਸਿਲਾ ਪ੍ਰਮਾਤਮਾ ਚਲਾ ਰਿਹਾ। ਕੀਤਾ ਤਾਣ ਬੜਾ ਹੈਰਾਨ ਹੋ ਕੇ ਕਿ ਉਸ ਵਾਹਿਗੁਰੂ ਦਾ ਕਿੱਡਾ ਵੱਡਾ ਤਾਣ ਹੈ, ਕਿੱਡਾ ਬਾਲਾ ਉਹਦੇ ਵਿੱਚ। ਸਵਾਲੇਹੋ ਰੂਪ, ਸਵਾਲੇਹੋ ਦਾ ਅਰਥ ਹੈ ਸੋਹਣਾ ਸੁੰਦਰ, ਕਿ ਕਿੱਡਾ ਸੋਹਣਾ ਉਸ ਵਾਹਿਗੁਰੂ ਦਾ ਰੂਪ ਹੈ। ਕੀਤੀ ਦਾਤ ਕਿੱਡੀ ਕੁ ਵੱਡੀ ਉਹਦੀ ਦਾਤ ਹੈ। ਇੰਨੇ ਜੀਵ ਨੇ, ਸਾਰਿਆਂ ਨੂੰ ਉਹ ਦਾਤਾਂ ਦੇ ਰਿਹਾ ਤੇ ਉਹਦੀਆਂ ਦਾਤਾਂ ਦੇ ਭੰਡਾਰੇ ਕਿੰਨੇ ਵੱਡੇ ਹੋਣਗੇ। ਹਰ ਇੱਕ ਜੀਵ ਨੂੰ ਉਹ ਬੁੱਧੀ ਦੇ ਰਿਹਾ ਹੈ, ਗਿਆਨ ਦੇ ਰਿਹਾ ਹੈ, ਅਕਲ ਦੇ ਰਿਹਾ ਹੈ, ਸਮਝ ਦੇ ਰਿਹਾ ਹੈ ਤੇ ਉਹਦੇ ਕੋਲ ਕਿੱਡੀ ਵੱਡੀ ਤਾਕਤ ਹੋਵੇਗੀ। ਮਨੁੱਖ ਨੇ, ਇੱਕ ਮਨੁੱਖ ਬੁੱਧੀ ਨੇ, ਮਨੁੱਖੀ ਦਿਮਾਗ ਨੇ ਕੰਪਿਊਟਰ ਤਿਆਰ ਕਰ ਦਿੱਤਾ। ਮਨੁੱਖ ਵੇਖ ਕੇ ਹੈਰਾਨ ਹੋ ਜਾਂਦਾ। ਤੇ ਜਿਹਨੇ ਉਸ ਵਾਹਿਗੁਰੂ ਨੇ ਦਿਮਾਗ ਬਣਾਇਆ, ਜਿਸ ਦਿਮਾਗ ਨੇ ਕੰਪਿਊਟਰ ਬਣਾਇਆ, ਉਹ ਦਿਮਾਗ ਉਸ ਵਾਹਿਗੁਰੂ ਨੇ ਬਣਾਇਆ ਤੇ ਉਹ ਵਾਹਿਗੁਰੂ ਕੋਲ ਕਿੱਡਾ ਸਮਝ, ਕਿੱਡੇ ਉਹ ਗਿਆਨ ਦਾ ਭੰਡਾਰਾ ਹੋਏਗਾ। ਇਹਨਾਂ ਗੱਲਾਂ ਨੂੰ ਵੇਖ ਕੇ ਰੱਬ ਨੂੰ ਵਾਹ ਵਾਹ ਆਖਣਾ। ਕੀਤੀ ਦਾਤ ਜਾਣੇ ਕੌਣ ਕੂਤ। ਇਹ ਜਿਹੜਾ ਕੂਤ ਲਫ਼ਜ਼ ਹੈ ਨਾ, ਇਹ ਕੂਤ ਦਾ ਇੱਥੇ ਅਰਥ ਹੈ ਅੰਦਾਜ਼ਾ। ਜਾਣੇ ਕੌਣ ਕੂਤ, ਵੀ ਉਸ ਵਾਹਿਗੁਰੂ ਦੀ ਦਾਤ ਦਾ ਅੰਦਾਜ਼ਾ ਕੌਣ ਲਾ ਸਕਦਾ? ਨਹੀਂ ਕੋਈ ਲਾ ਸਕਦਾ। ਕੂਤ, ਕੂਤ ਦਾ ਅਰਥ ਹੈ ਅੰਦਾਜ਼ਾ। ਪਹਿਲਾਂ ਜਦੋਂ ਰਜਵਾੜਾ ਸ਼ਾਹੀ ਚੱਲਦੀ ਸੀ, ਉਦੋਂ ਜਿਹੜੇ ਰਾਜੇ ਹੁੰਦੇ ਸਨ ਉਹਨਾਂ ਦੇ ਅਹਿਲਕਾਰ ਆਉਂਦੇ, ਕਿਸਾਨ ਦੀ ਫਸਲ ਨੂੰ ਦੇਖਦੇ। ਉਹ ਕਿਸਾਨ ਦੀ ਫਸਲ ਨੂੰ ਜਿਹੜਾ ਨਾ ਥੋੜ੍ਹਾ ਜਿਹਾ ਖਿੱਤਾ ਮਿਣ ਕੇ ਮਾਪ ਕੇ ਵੀ ਆ ਇੰਨੀ ਜਗ੍ਹਾ, ਉਸ ਜਗ੍ਹਾ ਦੇ ਵਿੱਚੋਂ ਪੱਕੀ ਫਸਲ ਨੂੰ ਉਹਨਾਂ ਨੇ ਕੱਟ ਲੈਣਾ। ਉਹਨੂੰ ਝਾੜ ਉਹਦਾ ਦੇਖਣਾ। ਮੰਨ ਲਓ ਕਣਕ ਦੀ ਫਸਲ ਬੀਜੀ ਹੋਈ ਹੈ, ਹੁਣ ਉਹਦੇ ਵਿੱਚੋਂ ਉਹਨਾਂ ਨੇ ਮਰਲਾ 2 ਮਰਲੇ ਉਹ ਫਸਲ ਵੱਢ ਕੇ ਉਹਦਾ ਝਾੜ ਮਾਪ ਲੈਣਾ ਵੀ ਆਹ 2 ਮਰਲਿਆਂ ਵਿੱਚੋਂ ਇੰਨੇ ਦਾਣੇ ਹੋਏ ਨੇ। ਤੇ ਫਿਰ ਇਹ ਸਾਰੀ ਫਸਲ ਕਿੰਨੀ ਹੈ? 5 ਕਿੱਲੇ ਨੇ, 10 ਕਿੱਲੇ ਨੇ। ਤੇ ਇਹ ਉਹਦੇ ਤੋਂ ਅੰਦਾਜ਼ਾ ਲਾ ਲੈਣਾ ਉਹਨਾਂ ਨੇ। ਉਹ ਥੋੜਾ ਮਰਲਾ ਕੁ ਫਸਲ ਵੱਢ ਕੇ ਉਹਦੇ ਝਾੜ ਦੇਖ ਕੇ ਉਹ ਸਾਰੀ ਝਾੜ ਫਸਲ ਦਾ ਅੰਦਾਜ਼ਾ ਲਾ ਲੈਂਦੇ ਸੀ ਵੀ ਇਹਦੇ ਚੋਂ ਇੰਨੀ ਕੁ ਇਹਦੀ ਝਾੜ ਹੋਏਗਾ। ਤੇ ਫਿਰ ਉਹ ਜ਼ਿਮੀਂਦਾਰ ਨੂੰ ਕਹਿ ਜਾਂਦੇ ਸੀ ਵੀ ਇੰਨਾ ਤੈਨੂੰ ਭਾਵ ਝਾੜ ਨਿਕਲਣਾ, ਇਹਦੇ ਵਿੱਚੋਂ ਇੰਨਾ ਹਿੱਸਾ ਜਿਹੜਾ ਉਹ ਸਰਕਾਰੀ ਦਰਬਾਰੇ ਪਹੁੰਚ ਜਾਣਾ ਚਾਹੀਦਾ। ਉਹ ਲਿਖ ਕੇ ਹੁਕਮ ਦੇ ਜਾਂਦੇ ਸੀ। ਉਸ ਤੋਂ ਬਾਅਦ ਭਾਵੇਂ ਮੀਂਹ ਆਵੇ, ਹਨੇਰੀ ਆਵੇ, ਘੱਟ ਨਿਕਲੇ ਵੱਧ ਨਿਕਲੇ, ਝਾੜ ਜਿਹੜਾ ਉਹ ਜ਼ਿਮੀਂਦਾਰ ਨੂੰ ਉਹਨਾਂ ਦੇਣਾ ਪੈਂਦਾ ਸੀ। ਉਹ ਜਿਹੜੇ ਅੰਦਾਜ਼ਾ ਲਾਉਣ ਆਉਂਦੇ ਸਨ ਉਹਨਾਂ ਨੂੰ ਕੂਤੀਏ ਕਿਹਾ ਜਾਂਦਾ ਸੀ। ਜ਼ਿਮੀਂਦਾਰ ਜਦੋਂ ਉਹਨਾਂ ਨੂੰ ਪਤਾ ਲੱਗਣਾ ਵੀ ਸਰਕਾਰੀ ਅਹਿਲਕਾਰ ਆ ਗਏ ਜਿਨ੍ਹਾਂ ਨੇ ਸਾਡੀ ਫਸਲ ਕੱਟ ਕੇ ਵੱਢ ਕੇ ਉਹਦਾ ਝਾੜ ਦਾ ਅੰਦਾਜ਼ਾ ਲਾਉਣਾ ਹੈ ਨਾ, ਉਹਨਾਂ ਨੂੰ ਕੂਤੀਏ ਆਖਿਆ ਜਾਂਦਾ ਸੀ। ਕੂਤੀਏ ਭਾਵ ਅੰਦਾਜ਼ਾ ਲਾਉਣ ਵਾਲੇ, ਕੂਤ ਬਣੇ ਅੰਦਾਜ਼ਾ। ਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਵੀ ਕੀਤੀ ਦਾਤ, ਵੀ ਰੱਬ ਦੀ ਕਿੱਡੀ ਵੱਡੀ ਦਾਤ ਹੈ। ਜਾਣੇ ਕੌਣ ਕੂਤ, ਐਸਾ ਕੂਤੀਆ ਕੌਣ ਹੈ? ਅੰਦਾਜ਼ਾ ਲਾਉਣ ਵਾਲਾ ਐਸਾ ਕਿਹੜਾ ਹੈ ਜਿਹੜਾ ਰੱਬ ਦੀ ਦਾਤ ਦਾ ਅੰਦਾਜ਼ਾ ਲਾ ਲਵੇ ਵੀ ਏਡੀ ਵੱਡੀ ਦਾਤ ਹੈ। ਪਾਵੋ ਦੀ ਦਾਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਜਿਵੇਂ ਸੋਹਿਲਾ ਸਾਹਿਬ ਦੀ ਬਾਣੀ 'ਚ ਅਸੀਂ ਵਚਨ ਪੜ੍ਹਦੇ ਹਾਂ ਨਾ, ਤੇਰੇ ਦਾਨੇ ਕੀਮਤ ਨਾ ਪਵੇ, ਵੀ ਵਾਹਿਗੁਰੂ ਤੇਰੇ ਦਿੱਤੇ ਦਾਨ ਦੀ ਅਸੀਂ ਕੀਮਤ ਨਹੀਂ ਪਾ ਸਕਦੇ। ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ। ਸੁਮਾਰ ਦਾ ਅਰਥ ਵੀ ਅੰਦਾਜ਼ਾ ਹੈ ਵੀ ਵਾਹਿਗੁਰੂ ਤੇਰੀ ਅਸੀਂ ਅੰਦਾਜ਼ਾ ਕੀ ਲੱਗ ਸਕਦੇ ਹਾਂ ਵੀ ਤੈਨੂੰ ਕਿੱਡਾ ਕੁ ਵੱਡਾ ਹੈ। ਤੇਰੇ ਤਾਂ ਦਾਨ ਦੀ ਅਸੀਂ ਕੀਮਤ ਨਹੀਂ ਪਾ ਸਕਦੇ, ਤੂੰ ਤਾਂ ਦਾਨ ਹੀ ਇੰਨਾ ਦਿੱਤਾ ਹੋਇਆ। ਕੀਤੀ ਦਾਤ ਜਾਣੈ ਕੌਣ ਕੂਤ। ਜਦੋਂ ਹੁਣ ਅਸੀਂ ਪਾਠ ਕਰਾਂਗੇ ਸਾਨੂੰ ਇਹ ਸਾਰਾ ਕੁਝ ਸਾਡੇ ਧਿਆਨ ਵਿੱਚ ਚੱਲਦਾ ਰਹਿਣਾ ਚਾਹੀਦਾ। ਸਾਡੀ ਸੁਰਤ ਦਾ ਜਦੋਂ ਝੁਕਾਅ ਹੋਏਗਾ ਅਸੀਂ ਇੱਕ ਰਸ ਵਿੱਚ ਭਿੱਜ ਕੇ ਪੜਾਂਗੇ। ਕੀਤਾ ਤਾੜ ਸਵਾਲੇ ਹੋ ਰੂਪ, ਵੀ ਵਾਹਿਗੁਰੂ ਨੇ ਕਿੱਡਾ ਵੱਡਾ ਪਸਾਰਾ, ਕਿੱਡੀ ਵੱਡੀ ਤਾਕਤ ਹੈ। ਕੀਤੀ ਦਾਤ ਜਾਣੈ ਕੌਣ ਕੂਤ, ਉਹ ਸਾਰਾ ਕੁਝ ਸਾਡੇ ਧਿਆਨ ਵਿੱਚ ਜਦੋਂ ਚੱਲੇਗਾ ਤੇ ਫਿਰ ਸਾਡਾ ਸਵਾਲ ਜਿਹੜਾ ਵੀ ਸਾਡਾ ਮਨ ਨਹੀਂ ਲੱਗਦਾ ਪਾਠ ਵਿੱਚ, ਉਹ ਆਪੇ ਹੀ ਹੱਲ ਹੋ ਜਾਏਗਾ। ਜਦੋਂ ਸਾਡੇ ਅਰਥ ਸਾਡੇ ਜ਼ਿਹਨ ਵਿੱਚ ਨਾਲ ਨਾਲ ਚੱਲਣ ਲੱਗ ਪਏ ਫਿਰ ਸਾਡਾ ਮਨ ਆਪੇ ਹੀ ਲੱਗਣ ਲੱਗ ਪਵੇਗਾ ਬਾਣੀ 'ਚ। ਤੇ ਸਤਿਗੁਰੂ ਜੀ ਫਿਰ ਰਸ ਵਿੱਚ ਮਗਨ ਹੋ ਕੇ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾਓ, ਕਿ ਐਡਾ ਵੱਡਾ ਜਿਹੜਾ ਪਸਾਰਾ ਜਿਹਦਾ ਅੰਦਾਜ਼ਾ ਹੀ ਨਹੀਂ ਲੱਗ ਸਕਦਾ,
ਤੇ ਵਾਹਿਗੁਰੂ ਨੂੰ ਇਹ ਸਾਰਾ ਕੁਝ ਬਣਾਉਣ ਵਿੱਚ ਕੋਈ ਬਹੁਤਾ ਸਮਾਂ ਨਹੀਂ ਲੱਗਾ। ਇੱਕੋ ਕਵਾਓ, ਕਵਾਓ ਬਣੇ ਬੋਲ ਹੁਕਮ, ਉਹਨੇ ਇੱਕੋ ਬੋਲ ਆਪਣੇ ਮੁਖ ਤੋਂ ਬੋਲਿਆ, ਹੁਕਮ ਕੀਤਾ ਤੇ ਸਾਰਾ ਪਸਾਰਾ ਬਣ ਗਿਆ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਇਹ ਪ੍ਰਜਾ, ਧਰਤੀਆਂ, ਦੇਹਾਂ ਸਾਰਾ ਕੁਝ ਬਣ ਗਿਆ। ਉਹਨੇ ਇੱਕ ਹੁਕਮ ਹੀ ਕੀਤਾ, ਬਸ ਕੀਤਾ ਪਸਾਓ, ਪਸਾਓ ਬਣੇ ਪਸਾਰਾ, ਇਹ ਸਾਰਾ ਫੈਲਾ। ਇੱਕੋ ਕਵਾਓ, ਇੱਕੋ ਬੋਲ ਤੋਂ ਉਹਨੇ ਪੈਦਾ ਕਰਤਾ। ਤਿਸਤੇ ਹੋਏ ਲੱਖ ਦਰਿਆਓ, ਉਸ ਇੱਕੋ ਬੋਲ ਤੋਂ, ਇੱਕੋ ਹੁਕਮ ਤੋਂ ਲੱਖਾਂ ਜ਼ਿੰਦਗੀ ਰੂਪੀ ਦਰਿਆ ਪੈਦਾ ਹੋ ਗਏ। ਪੰਛੀਆਂ ਦੀ ਜ਼ਿੰਦਗੀ ਬਣ ਗਈ, ਪੰਛੀ ਪੈਦਾ ਹੋ ਗਏ, ਹੋਰ ਜਾਨਵਰ ਪੈਦਾ ਹੋ ਗਏ, ਮਨੁੱਖ ਪੈਦਾ ਹੋ ਗਏ। ਜ਼ਿੰਦਗੀ ਰੂਪੀ ਲੱਖਾਂ ਹੀ ਦਰਿਆ ਜਿਹੜੇ ਆ ਚੱਲ ਪਏ। ਤੇ ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਇੰਨਾ ਕੁਝ ਅਸੀਂ ਬਿਆਨ ਕਰ ਦਿੱਤਾ ਜਿਹੜਾ ਕਿ ਬਿਆਨ ਤੋਂ ਪਰੇ ਹੈ। ਫਿਰ ਕਹਿਣ ਲੱਗੇ ਕੁਦਰਤ ਕਵਣ। ਇੱਥੇ ਕੁਦਰਤ ਦਾ ਅਰਥ ਹੈ ਤਾਕਤ, ਸਮਰੱਥਾ, ਯੋਗਤਾ। ਕੁਦਰਤ ਕਵਣ ਕਹਿੰਦੇ ਸਾਡੇ 'ਚ ਇਹ ਯੋਗਤਾ ਕਿੱਥੇ, ਸਾਡੇ ਵਿੱਚ ਇਹ ਤਾਕਤ ਕਿੱਥੇ। ਕੁਦਰਤ ਕਵਣ ਕਹਾਂ ਵਿਚਾਰ, ਸਾਡੇ ਵਿੱਚ ਇਹ ਸਮਰੱਥਾ ਕਿੱਥੇ ਹੈ ਕਿ ਮੈਂ, ਗੁਰੂ ਸਾਹਿਬ ਜੀ ਕਹਿੰਦੇ, ਕੋਈ ਉਸ ਰੱਬ ਦੀ ਸਿਫਤ ਕਰ ਸਕਾਂ, ਉਹਦੇ ਬਾਰੇ ਵਿਚਾਰ ਦੇ ਸਕਾਂ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਉਸ ਵਾਹਿਗੁਰੂ ਦੀ ਪੈਦਾ ਕੀਤੀ ਸ੍ਰਿਸ਼ਟੀ ਬਾਰੇ ਕੋਈ ਵਿਚਾਰ ਦੇਵਾਂ, ਮੇਰੇ ਵਿੱਚ ਇਹ ਤਾਕਤ ਕਿੱਥੇ। ਸਤਿਗੁਰੂ ਜੀ ਕਹਿੰਦੇ ਮੈਂ ਤਾਂ ਇੱਕ ਵਾਰ ਉਸ ਵਾਹਿਗੁਰੂ ਤੋਂ ਬਲਿਹਾਰ ਵੀ ਨਹੀਂ ਜਾ ਸਕਦਾ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਕਿਹੇ ਵਾਹਿਗੁਰੂ ਜੋ ਤੈਨੂੰ ਭਾਉਂਦਾ ਉਹੀ ਕਾਰ, ਉਹੀ ਕੰਮ, ਉਹੀ ਵਿਚਾਰ ਭਲੀ ਹੈ, ਉਹੀ ਵਿਚਾਰ ਚੰਗੀ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਆਕਾਰ ਤੋਂ ਰਹਿਤ ਵਾਹਿਗੁਰੂ ਜੀ, ਤੁਸੀਂ ਸਦਾ ਰਹਿਣ ਵਾਲੇ ਹੋ, ਸਦਾ ਹੀ ਤੁਸੀਂ ਸਲਾਮਤ ਹੋ, ਸਦਾ ਹੀ ਤੁਸੀਂ ਟਿਕੇ ਰਹਿਣ ਵਾਲੇ ਹੋ, ਸਦਾ ਹੀ ਤੁਸੀਂ ਤਾਕਤ ਵਾਲੇ ਹੋ, ਭਾਵ ਤੁਸੀਂ ਨਾਸ ਤੋਂ ਰਹਿਤ ਹੋ। ਹੇ ਆਕਾਰ ਤੋਂ ਰਹਿਤ, ਹੇ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਜੀ, ਜੋ ਕੁਝ ਤੁਹਾਨੂੰ ਭਾਉਂਦਾ ਹੈ ਉਹੀ ਭਲਾ ਹੈ, ਉਹੀ ਚੰਗਾ ਹੈ। ਇਹਨਾਂ ਜੀਵਾਂ ਦੇ ਹੱਥ ਵੱਸ ਕੁਝ ਵੀ ਨਹੀਂ। ਤੇਰੇ ਪੈਦਾ ਕੀਤੇ ਪਸਾਰੇ ਨੂੰ ਸਮਝਣਾ ਇਹ ਇਹਨਾਂ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ। ਇਹ ਉਸ ਪ੍ਰਮਾਤਮਾ ਦੀ ਸਿਫਤ, ਇੱਕ ਉਹਦੀ ਵਡਿਆਈ ਹੈ ਕਿ ਉਹਨੇ, ਵਾਹਿਗੁਰੂ ਨੇ ਕੀ ਕੁਝ ਪੈਦਾ ਕੀਤਾ, ਕਿੰਨੇ ਜੀਵ ਪੈਦਾ ਕੀਤੇ। ਹਰ ਇੱਕ ਜੀਵ ਦੇ ਲੇਖੇ ਤੇ ਉਹ ਧਿਆਨ ਰੱਖ ਰਿਹਾ, ਹਰ ਇੱਕ ਜੀਵ ਨੂੰ ਉਹ ਗਿਆਨ, ਬੁੱਧੀ, ਭੋਜਨ, ਪਦਾਰਥ ਕਿੰਨਾ ਕੁਝ ਦੇ ਰਿਹਾ ਤੇ ਉਹਦੀ ਤਾਕਤ ਦਾ ਅੰਦਾਜ਼ਾ ਅਸੀਂ ਨਹੀਂ ਲਾ ਸਕਦੇ। ਤੇ ਸਤਿਗੁਰੂ ਮਹਾਰਾਜ ਜੀ ਇਸ ਪੌੜੀ ਦੇ ਰਾਹੀਂ ਸਾਡੀ ਸੁਰਤ ਨੂੰ, ਜਦੋਂ ਕੋਈ ਅਸੀਂ ਸ਼ਬਦ ਪੜ੍ਹੀਏ, ਅਸੀਂ ਆਪਣੀ ਸੁਰਤ ਵੱਲ ਵੇਖੀਏ ਵੀ ਸਾਡੀ ਸੁਰਤ ਕਿੱਧਰ ਨੂੰ ਜਾਂਦੀ ਹੈ। ਜਦੋਂ ਹੁਣ ਅਸੀਂ ਇਹ ਪੌੜੀ ਪੜਾਂਗੇ ਤੇ ਸਾਡੀ ਸੁਰਤ ਦਾ ਝੁਕਾਅ ਰੱਬ ਦੇ ਵੱਲ ਹੋ ਰਿਹਾ, ਕਿਉਂਕਿ ਰੱਬ ਦੀ ਗੱਲ ਹੋ ਰਹੀ ਵੀ ਰੱਬ ਏਡਾ ਵੱਡਾ ਵਿਸ਼ਾਲ ਆ, ਇੰਨਾ ਕੁਝ ਪੈਦਾ ਕਰਨ ਵਾਲਾ। ਤੇ ਜਦੋਂ ਵਾਰ-ਵਾਰ ਇਸ ਗੱਲ ਦਾ ਚਿੰਤਨ ਹੋਏਗਾ, ਸਾਡੀ ਸੁਰਤ ਰੱਬ ਦੇ ਵੱਲ ਝੁਕੇਗੀ। ਇੰਜ ਕਰਦਿਆਂ ਕਰਦਿਆਂ ਸਾਡੀ ਸੁਰਤ ਹੌਲੀ ਹੌਲੀ ਝੁਕਦੀ ਝੁਕਦੀ ਰੱਬ ਦਾ ਰੂਪ ਹੋ ਜਾਵੇਗੀ। ਇਹੀ ਸਾਡਾ ਮਨੋਰਥ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।